ਕਬੀਰ ਜੀ ਦੀ ਮਾਤਾ ਜੀ ਨੇ ਇੱਕ ਦਿਨ ਉਹਨਾਂ ਨੂੰ ਬਿਠਾਇਆ ਅਤੇ ਸਮਝਾਉਣ ਲੱਗ ਗਏ, ਕਬੀਰ ਜੀ ਤੁਸੀਂ ਹਮੇਸ਼ਾ ਹੀ ਰਾਮ ਰਾਮ ਜਪਦੇ ਰਹਿੰਦੇ ਹੋ, ਕੋਈ ਕੰਮ ਕਰ ਲਿਆ ਕਰੋ। ਜੇ ਕੋਈ ਵੱਧ ਕੰਮ ਕਰੋਗੇ ਤਾਂ 4 ਪੈਸੇ ਘਰ ਆ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕਬੀਰ ਜੀ ਦੇ ਬਾਰੇ 'ਚ ਕੁਛ ਗੱਲ ਕਰਾਂਗੇ। ਥੋੜ੍ਹਾ ਕੰਮ ਜ਼ਿਆਦਾ ਕਰ ਲਿਆ ਕਰ, 4 ਪੈਸੇ ਘਰ ਆ ਜਾਣਗੇ। ਕਬੀਰ ਜੀ ਕਹਿਣ ਲੱਗੇ, ਮਾਤਾ ਜੀ ਕੰਮ ਵੀ ਬਹੁਤ ਕਰਦਾ ਹਾਂ ਅਤੇ ਥੋੜ੍ਹਾ ਸਮੇਂ ਮੈਨੂੰ ਸਿਮਰਨ 'ਚ ਵੀ ਲੱਗਣ ਦਿਆ ਕਰੋ। ਕਬੀਰ ਜੀ ਕਹਿਣ ਲੱਗੇ, ਜੇ ਮੈਂ ਸਾਰਾ ਦਿਨ ਕੰਮ ਹੀ ਕਰਦਾ ਰਹਾਂ ਅਤੇ ਮੈਂ ਨਾ ਰਾਮ ਨਾਮ ਨਹੀਂ ਛੱਡ ਸਕਦਾ ਵਾ। ਮਾਤਾ ਕਹਿਣ ਲੱਗੀ, ਜਦੋਂ ਦੇ ਤੂੰ ਮਾਲਾ ਚੁੱਕੀ ਏ ਰਾਮ ਨਾਮ ਨੂੰ ਜਪਣ ਲੱਗਿਆ ਆ, ਤਦ ਤਾਂ ਅਸੀਂ ਸੁੱਖ ਵੀ ਨਹੀਂ ਦੇਖਿਆ। ਕਬੀਰ ਜੀ ਕਹਿਣ ਲੱਗੇ, ਮਾਤਾ ਜੀ ਜਿਸ ਦੀ ਮੈਂ ਬੰਦਗੀ ਕਰਦਾ ਹਾਂ, ਭਗਤੀ ਕਰਦਾ ਹਾਂ, ਕੀ ਉਸ ਨੂੰ ਮੇਰੀ ਚਿੰਤਾ ਨਹੀਂ ਹੈਗੀ? ਉਹਨੂੰ ਮੇਰੇ ਬੱਚਿਆਂ ਦੀ ਵੀ ਚਿੰਤਾ ਹੈ ਅਤੇ ਮੇਰੀ ਵੀ ਚਿੰਤਾ ਉਸੇ ਨੂੰ ਹੈਗੀ ਹੈ। ਮਾਂ ਕਹਿੰਦੀ ਹੈ, ਜਦੋਂ ਵੀ ਮੈਂ ਤੈਨੂੰ ਕਹਿੰਦੀ ਹਾਂ ਥੋੜ੍ਹਾ ਕੰਮ ਵੱਧ ਕਰ ਤਾਂ ਤੂੰ ਕਹਿ ਦੇਣਾ ਕਿ ਮੇਰਾ ਰਾਮ ਆਪੇ ਹੀ ਕੰਮ ਕਰੇਗਾ। ਮਾਤਾ ਕਹਿਣ ਲੱਗੀ, ਕਦੀ ਵੇਖਿਆ ਹੈ ਕਿ ਰਾਮ ਵੀ ਕਿਸੇ ਦੇ ਘਰ ਆ ਕੇ ਕੰਮ ਕਰਦੇ ਹੈਗੇ ਆ? ਇਹ ਗੱਲਾਂ ਸਿਰਫ ਕਹਿਣ ਦੀਆਂ ਅਤੇ ਸੁਣਨ ਦੀਆਂ ਹੀ ਹੈਗੀਆਂ ਆ। ਮਾਤਾ ਕਹਿੰਦੀ ਹੈ, ਵਿਆਹ ਨੂੰ ਸਿਰਫ 5 ਦਿਨ ਰਹਿ ਗਏ ਆ, ਨਾ ਕੋਈ ਘਰ ਕੱਪੜਾ ਹੈ, ਨਾ ਬੱਚਿਆਂ ਕੋਲ ਕੋਈ ਕੱਪੜਾ ਚੱਜਦਾ ਹੈਗਾ ਆ, ਅਤੇ ਹੁਣ ਵੇਖਦੀ ਹਾਂ ਤੇਰਾ ਰਾਮ ਕਿਸ ਤਰ੍ਹਾਂ ਆ ਕੇ ਇਹ ਵਿਆਹ ਕਰਦਾ ਆ। ਪੁੱਤਰ ਇਹ ਗੱਲਾਂ ਕਹਿਣ ਅਤੇ ਸੁਣਨ ਨੂੰ ਹੀ ਚੰਗੀਆਂ ਲੱਗਦੀਆਂ ਆ, ਹੁਣ ਵੇਖਾਂਗੇ ਤੇਰਾ ਭਗਵਾਨ ਕਿਸ ਤਰ੍ਹਾਂ ਆ ਕੇ ਸਾਰੇ ਕੰਮ ਕਰਦਾ ਆ। ਮੁਸ ਮੁਸ ਰੋਵੇ ਕਬੀਰ ਕੀ ਮਾਈ। ਕਬੀਰ ਦੀ ਮਾਤਾ ਜੀ ਨੇ ਇੱਕ ਥਾਨ ਨੂੰ ਛੁਪਾ ਕੇ ਰੱਖਿਆ ਹੋਇਆ ਸੀਗਾ। ਅੰਦਰ ਜਾਂਦੀ ਏ, ਉਹ ਥਾਨ ਨੂੰ ਕੱਢ ਕੇ ਲਿਆਂਦੀ ਏ ਅਤੇ ਲਿਆ ਕੇ ਕਬੀਰ ਜੀ ਨੂੰ ਕਹਿੰਦੀ ਆ, ਕਬੀਰ ਜੀ ਇਹ ਰੇਸ਼ਮ ਦਾ ਥਾਨ ਹੈਗਾ ਆ, ਇਹਨੂੰ ਲੈ ਕੇ ਜਾਓ ਅਤੇ ਵੇਚ ਕੇ ਆਓ ਤਾਂ ਕਿ ਕੁਛ ਪੈਸੇ ਘਰ ਆ ਸਕਣ। ਮਾਂ ਤੁਰਨ ਲੱਗੇ ਕਬੀਰ ਨੂੰ ਕਹਿੰਦੀ ਆ ਕਿ ਬੇਟਾ ਤੇਰੇ ਵੀ ਇਹ ਕੱਪੜੇ ਬੜੇ ਪੁਰਾਣੇ ਹੋਏ ਆ, ਇੱਕ ਆਪਣੇ ਵਾਸਤੇ ਵੀ ਇੱਕ ਨਵਾਂ ਕੱਪੜੇ ਲੈ ਲਈ, ਕਿਉਂਕਿ ਵਿਆਹ ਦੇ ਵਿੱਚ ਇਹ ਪੁਰਾਣੇ ਕੱਪੜੇ ਪਾਏ ਹੋਏ ਚੰਗੇ ਨਹੀਂ ਲੱਗਣੇ। ਕਬੀਰ ਜੀ ਮਾਂ ਦੀ ਗੱਲ ਸੁਣ ਕੇ ਅਤੇ ਕੱਪੜਾ ਵੇਚਣ ਵਾਸਤੇ ਚਲੇ ਜਾਂਦੇ ਆ। ਕਬੀਰ ਜੀ ਹਾਲੇ ਘਰੋਂ ਨਿਕਲੇ ਹੀ ਸੀਗੇ ਅਤੇ ਉਹਨਾਂ ਨੂੰ ਇੱਕ ਸੰਤ ਜੀ ਮਿਲ ਗਏ, ਸਾਧੂ ਮਿਲ ਗਏ। ਕਹਿਣ ਲੱਗੇ, ਇੱਥੇ ਕਬੀਰ ਜੀ ਦਾ ਘਰ ਕਿੱਥੇ ਹੈਗਾ ਆ? ਕਬੀਰ ਜੀ ਸੋਚਣ ਲੱਗੇ, ਇਹ ਮੇਰੇ ਕੋਲ ਹੀ ਸਾਧੂ ਸੰਤ ਪੁੱਛ ਰਹੀਆਂ ਕਿ ਕਬੀਰ ਦਾ ਘਰ ਕਿੱਥੇ ਹੈਗਾ ਆ। ਮੈਂ ਪਹਿਲਾਂ ਇਸ ਕਦੀ ਸੰਤ ਜੀ ਨੂੰ ਦੇਖਿਆ ਨਹੀਂ ਹੈਗਾ, ਇਹਦੇ ਚਿਹਰੇ ਦਾ ਨੂਰ ਬਹੁਤ ਜ਼ਿਆਦਾ ਹੈਗਾ ਆ। ਕਬੀਰ ਜੀ ਕਹਿਣ ਲੱਗੇ, ਤੂੰ ਕਬੀਰ ਦੇ ਘਰ ਕੀ ਕਰਨ ਜਾਣਾ ਹੈ? ਉਹ ਮਾਂ ਪੁੱਛ ਕਹਿਣ ਲੱਗਿਆ, ਸੁਣਿਆ ਹੈ ਕਬੀਰ ਬਹੁਤ ਦਾਨੀ ਹੈਗਾ ਆ, ਮੈਨੂੰ ਕੱਪੜੇ ਦੀ ਲੋੜ ਹੈ, ਉਹਦੇ ਘਰ ਜਾਵਾਂਗਾ ਅਤੇ ਕੱਪੜਾ ਲੈ ਕੇ ਆ ਜਾਵਾਂਗਾ। ਕਬੀਰ ਜੀ ਸੋਚਦੇ ਆ ਘਰ ਜਾਏਗਾ ਅਤੇ ਮਾਂ ਹੀ ਇਹਨੂੰ ਬੋਲ ਕਬੋਲ ਨਾ ਬੋਲ ਦੇਵੇ। ਉਹ ਥਾਨ ਲਾਉਂਦੇ ਨੇ ਆਪਣੇ ਮੋਢੇ ਤੋਂ ਲਾ ਕੇ ਅਤੇ ਉਹਨੂੰ ਇੱਕ ਚੋਲੇ ਦਾ ਕੱਪੜਾ ਪਾੜ ਕੇ ਅਤੇ ਦੇ ਦਿੰਦੇ ਆ। ਉਹ ਸਾਧੂ ਮਹਾਤਮਾ ਕਹਿੰਦਾ ਆ, ਮੈਨੂੰ ਕਬੀਰ ਦਾ ਘਰ ਹੀ ਦੱਸ ਦਿਓ। ਉਹ ਕਹਿੰਦੇ, ਤੁਸੀਂ ਕਬੀਰ ਦੇ ਘਰ ਹੁਣ ਕੀ ਕਰਨ ਜਾਣਾ ਹੈ? ਅਤੇ ਕੱਪੜਾ ਤਾਂ ਮੈਂ ਤੁਹਾਨੂੰ ਦੇ ਦਿੱਤਾ ਆ। ਉਹ ਕਹਿੰਦੇ, ਇੰਨੇ ਕੱਪੜੇ ਨਾਲ ਮੇਰਾ ਨਹੀਂ ਸਰਨਾ ਹੈਗਾ ਅਤੇ ਮੈਨੂੰ ਉਹਦਾ ਕਾਰਜ ਦੱਸ ਦਿਓ। ਉਹ ਕਹਿੰਦਾ ਆ, ਇੰਨੇ ਕੱਪੜੇ ਨਾਲ ਨਹੀਂ ਸਰਨਾ ਹੈਗਾ, ਮੈਨੂੰ ਜ਼ਿਆਦਾ ਕੱਪੜਾ ਚਾਹੀਦਾ ਹੈ, ਤੂੰ ਮੈਨੂੰ ਘਰ ਹੀ ਦੱਸ ਦੇ। ਉਹ ਕਹਿੰਦਾ, ਕਿੰਨਾ ਕੱਪੜਾ ਚਾਹੀਦਾ ਆ? ਉਹ ਕਹਿੰਦਾ, ਸਾਰਾ ਥਾਨ ਹੀ ਮੈਨੂੰ ਦੇ ਦੇ। ਕਬੀਰ ਜੀ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਘਰ ਬੇਟੀ ਦੀ ਸ਼ਾਦੀ ਹੈ, ਉਹ ਸਾਰਾ ਥਾਨ ਹੀ ਉਹਨੂੰ ਫੜਾ ਦਿੱਤਾ। ਕਬੀਰ ਜੀ ਸੋਚਣ ਲੱਗੇ, ਹੁਣ ਮੈਂ ਅਗਰ ਖਾਲੀ ਹੱਥ ਘਰ ਗਿਆ ਅਤੇ ਮਾਂ ਗੁੱਸਾ ਹੋਏਗੀ, ਹੁਣ ਮੈਂ ਘਰ ਨਹੀਂ ਜਾਣਾ ਹੈਗਾ। ਅਤੇ ਗੰਗਾ ਦੇ ਕਿਨਾਰੇ ਜਾ ਕੇ ਬੈਠ ਗਏ। ਜਾ ਕੇ ਉਸ ਪਰਮਾਤਮਾ ਨਾਲ ਜੁੜ ਗਏ ਅਤੇ ਉਹਦੇ ਨਾਲ ਗੱਲਾਂ ਕਰਨ ਲੱਗ ਗਏ ਕਿ ਹੇ ਵਾਹਿਗੁਰੂ ਜੀ, ਮੈਂ ਸਾਰੀ ਉਮਰ ਲੋਕਾਂ ਨੂੰ ਆਪ ਜੀ ਦੀ ਸਿਫਤ ਸੁਣਾਉਂਦਾ ਰਿਹਾ ਹਾਂ ਕਿ ਬਾਬਾ ਜੀ ਕਿਸੇ ਨੂੰ ਵੀ ਖਾਲੀ ਨਹੀਂ ਤੋਰਦੇ। ਸਾਰੀ ਜ਼ਿੰਦਗੀ ਮੈਂ ਤੇਰੇ ਭਰੋਸੇ ਦੀਆਂ ਗੱਲਾਂ ਸੁਣਾਈਆਂ ਆ। ਮੇਰੇ ਘਰ ਵੀ ਹੁਣ ਬੱਚੀ ਦਾ ਵਿਆਹ ਆ ਅਤੇ ਉਹਨਾਂ ਦੇ ਵੀ ਕਾਰਜ ਆਪ ਜੀ ਨੇ ਹੀ ਕਰਨੇ ਆ। ਜੇ
ਭਰੋਸਾ ਕਬੀਰ ਜੀ ਵਰਗਾ ਹੋਵੇ ਤੇ ਉਹ ਆਪਣੇ ਭਗਤਾਂ ਦੀ ਸਾਰੇ ਹੀ ਕੰਮ ਕਰ ਦਿੰਦੇ ਆ, ਉਹਨਾਂ ਦੀ ਪਿੱਠ ਨਹੀਂ ਲੱਗਣ ਦਿੰਦੇ। ਉਸ ਵਾਹਿਗੁਰੂ ਜੀ 'ਤੇ ਕਬੀਰ ਜੀ ਨੂੰ ਭਰੋਸਾ ਸੀਗਾ ਤੇ ਵਾਹਿਗੁਰੂ ਜੀ ਨੇ ਵੀ ਕਬੀਰ ਜੀ ਦਾ ਰੂਪ ਧਾਰਨ ਕੀਤਾ ਤੇ ਇੱਕ ਗੱਡਾ ਲਿਆ। ਉਹ 'ਤੇ ਜੋ ਜੋ ਸਮਾਨ ਦੀ ਲੋੜ ਸੀਗੀ ਸਾਰਾ ਹੀ ਭਰ ਦਿੱਤਾ ਤੇ ਕਬੀਰ ਜੀ ਦੇ ਘਰ ਵੱਲ ਆ ਗਏ। ਆ ਕੇ ਤੇ ਦਰਵਾਜ਼ੇ ਦੇ ਅੱਗੇ ਖੜ੍ਹੇ ਹੋ ਕੇ ਆਵਾਜ਼ਾਂ ਮਾਰਨ ਲੱਗ ਗਏ, ਮਾਂ ਦਰਵਾਜ਼ਾ ਖੋਲ੍ਹ। ਮਾਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤੇ ਕਬੀਰ ਗੱਡੇ 'ਤੇ ਬੈਠਿਆ ਹੋਇਆ ਸੀਗਾ। ਪੁੱਛਣ ਲੱਗੀ, ਬੇਟਾ ਜੀ ਇਹ ਸਮਾਨ ਕਿਹਦਾ ਹੈ? ਕਬੀਰ ਜੀ ਕਹਿਣ ਲੱਗੇ, ਇਹ ਸਮਾਨ ਆਪਣਾ ਹੀ ਹੈ ਪੁੱਤਰ, ਇਹ ਇੰਨਾ ਸਮਾਨ ਕਿੱਥੋਂ ਲੈ ਕੇ ਆਇਆ ਆ? ਮਾਂ, ਜਿਹੜਾ ਰੇਸ਼ਮ ਦਾ ਥਾਨ ਆਪ ਜੀ ਨੇ ਮੈਨੂੰ ਦਿੱਤਾ ਸੀਗਾ, ਉਹ ਕਿਸੇ ਸ਼ਾਹੂਕਾਰ ਨੇ ਖਰੀਦ ਲਿਆ ਤੇ ਉਹਦੇ ਬਹੁਤ ਹੀ ਪੈਸੇ ਦੇ ਦਿੱਤੇ ਮੈਨੂੰ। ਇਹ ਸਮਾਨ ਮੈਂ ਉਹਨਾਂ ਹੀ ਪੈਸਿਆਂ ਦਾ ਖਰੀਦ ਕੇ ਲਿਆਈ ਹਾਂ। ਮਾਂ ਨੂੰ ਦਿਖਾਉਣ ਲੱਗ ਗਈ, ਇਹ ਦੇਖੋ ਇਹ ਕਮਾਲੀ ਦੇ ਕੱਪੜੇ ਹੈ, ਇਹ ਦੇਖੋ ਇਹ ਕਮਾਲ ਦੇ ਕੱਪੜੇ ਹੈਗੇ ਆ, ਇਹ ਮੈਂ ਆਪ ਜੀ ਵਾਸਤੇ ਕੱਪੜੇ ਲੈ ਕੇ ਆਇਆ ਹਾਂ। ਕਹਿਣ ਲੱਗਿਆ, ਮਾਤਾ ਜੀ ਮੇਰੇ ਵੱਲ ਦੇਖੋ, ਮੇਰੇ ਕੱਪੜੇ, ਮੈਂ ਵੀ ਆਪਣੇ ਕੱਪੜੇ ਸਵਾ ਲਏ ਆ। ਮਾਂ ਦੇਖ ਕੇ ਕੱਪੜਿਆਂ ਨੂੰ ਬਹੁਤ ਖੁਸ਼ ਹੋਈ। ਕਹਿਣ ਲੱਗੀ, ਮੇਰੇ ਪੁੱਤਰ ਦੇ ਕੱਪੜੇ ਤਾਂ ਬਿਲਕੁਲ ਰਾਜਿਆਂ ਵਰਗੇ ਹੈਗੇ ਆ। ਭੋਲੀ ਮਾਂ ਕੀ ਜਾਣੇ ਕਿ ਇਹ ਤਾਂ ਤਰਲੋਕੀ ਦਾ ਰਾਜਾ ਹੀ ਆਇਆ ਹੈ ਆਪ ਜੀ ਸਾਰੇ ਕੰਮ ਸਵਾਰਨ ਵਾਸਤੇ। ਮਾਂ ਕਹਿਣ ਲੱਗੀ, ਮੈਨੂੰ ਸ਼ੱਕ ਹੋ ਰਿਹਾ ਹੈ, ਪਹਿਲਾਂ ਵੀ ਕਿੰਨੀ ਵਾਰ ਕੱਪੜਾ ਵੇਚਿਆ ਹੈ ਪਰ ਇੰਨੇ ਧਨ ਦੌਲਤ ਨਹੀਂ ਆਈ ਹੈਗੀ। ਉਹ ਕਹਿਣ ਲੱਗੇ, ਮਾਤਾ ਜੀ ਆਪ ਜੀ ਨੇ ਇਹ ਬਹੁਤ ਹੀ ਪਿਆਰ ਨਾਲ ਕੱਪੜਾ ਬੁਣਿਆ ਸੀਗਾ, ਐਸੇ ਵਾਸਤੇ ਇਹ ਮਹਿੰਗੇ ਦਾਮ 'ਤੇ ਚਲਾ ਗਿਆ ਆ ਤੇ ਬਹੁਤ ਸਾਰਾ ਪੈਸਾ ਮਿਲ ਗਿਆ ਆ। ਸਾਰਾ ਸਮਾਨ ਚੁੱਕਿਆ ਤੇ ਅੰਦਰ ਰੱਖ ਦਿੱਤਾ। ਕਬੀਰ ਜੀ ਉੱਥੇ ਹੀ ਬੈਠੇ ਆਪਣੇ ਆਪ ਨਾਲ ਗੱਲਾਂ ਕਰੀ ਜਾਂਦੇ ਆ ਕਿ ਮੈਂ ਕਿਸ ਤਰ੍ਹਾਂ ਕਰ ਜਾਵਾਂ, ਮੈਨੂੰ ਪਿੰਡ ਵਾਲੇ ਕੀ ਕਹਿਣਗੇ ਕਿ ਆਪਣੀ ਕੁੜੀ ਦਾ ਵਿਆਹ ਨਹੀਂ ਕਰ ਸਕਿਆ, ਘਰ ਵਾਲੇ ਮੈਨੂੰ ਕੀ ਕਹਿਣਗੇ ਕਿ ਹਮੇਸ਼ਾ ਰਾਮ ਦਾ ਭਰੋਸਾ ਦਿੰਦਾ ਰਿਹਾ ਤੇ ਅੱਜ ਵਿਆਹ ਵਿੱਚ ਕਿਸੇ ਨੇ ਵੀ ਸਹਾਇਤਾ ਨਹੀਂ ਕੀਤੀ। ਇਹ ਸਭ ਸੋਚਦੇ ਹੋਏ ਕਬੀਰ ਜੀ ਘਰ ਨਹੀਂ ਆਏ। ਬਰਾਤ ਦਰਵਾਜ਼ੇ 'ਤੇ ਆ ਗਈ। ਉਸ ਨਿਰੰਕਾਰ ਨੇ ਕਬੀਰ ਦਾ ਰੂਪ ਧਾਰਨ ਕੀਤਾ ਹੋਇਆ ਆ ਤੇ ਬਰਾਤੀਆਂ ਦੀ ਸੇਵਾ ਕਰੀ ਜਾਂਦੇ ਆ। ਬਰਾਤ ਖਾਣਾ ਖਾ ਰਹੀ ਹੈ, ਨਗਰ ਵਾਸੀ ਵੀ ਖਾਣਾ ਖਾ ਰਹੇ ਆ। ਮੇਰੇ ਵਾਹਿਗੁਰੂ ਜੀ ਕਬੀਰ ਜੀ ਦਾ ਰੂਪ ਧਾਰਨ ਕੀਤਾ ਹੋਇਆ ਆ ਤੇ ਉਹਨਾਂ ਦੇ ਜੂਠੇ ਬਰਤਨ ਚੁੱਕਦੇ ਪਏ ਆ। ਜਦ ਕਬੀਰ ਦੀ ਮਾਤਾ ਜੀ ਨੇ ਦੇਖਿਆ ਕਿ ਕਬੀਰ ਜੀ ਜੂਠੇ ਭਾਂਡੇ ਚੁੱਕਦੇ ਪਏ ਆ ਤੇ ਉਹਨਾਂ ਦੇ ਕੋਲ ਗਏ, ਜਾ ਕੇ ਕਹਿੰਦੇ, ਕਬੀਰ ਜੀ ਤੁਸੀਂ ਇਹ ਕੀ ਕਰ ਰਹੇ ਹੋ? ਰਿਸ਼ਤੇਦਾਰ ਪਿੰਡ ਵਾਲੇ ਕੀ ਕਹਿਣਗੇ, ਇਹ ਤੁਸੀਂ ਜੂਠੇ ਭਾਂਡੇ ਨਾ ਚੁੱਕੋ। ਤਦ ਕਬੀਰ ਜੀ ਨੇ ਕਿਹਾ, ਮਾਤਾ ਜੀ ਮੇਰਾ ਦਿਲ ਕਰਦਾ ਆ ਕਿ ਮੈਂ ਇਹ ਸਾਰੇ ਕੰਮ ਆਪਣੇ ਹੱਥਾਂ ਨਾਲ ਕਰਾਂ। ਮਾਂ ਸੋਚਦੀ ਆ ਅੱਜ ਕਬੀਰ ਕੁਛ ਬਦਲਿਆ ਲੱਗਦਾ ਆ। ਵਿਆਹ ਹੋ ਗਿਆ। ਕਬੀਰ ਜੀ ਨੇ ਆਪ ਪੁੱਤਰੀ ਨੂੰ ਡੋਲੀ 'ਚ ਬਿਠਾਇਆ ਤੇ ਜਾ ਕੇ ਆਪਣੀ ਨਾਮ ਬਾਣੀ ਨਾਲ ਜੁੜ ਗਏ। ਮਾਤਾ ਜੀ ਕਬੀਰ ਕੋਲ ਗਏ ਤੇ ਜਾ ਕੇ ਕਹਿਣ ਲੱਗੇ, ਕਬੀਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਬੇਟਾ। ਕਬੀਰ ਜੀ ਕਹਿਣ ਲੱਗੇ, ਦੱਸੋ ਮਾਤਾ ਜੀ। ਮਾਤਾ ਜੀ ਕਹਿਣ ਲੱਗੇ, ਸਾਰੇ ਹੀ ਲੋਕ ਪੁੱਛਦੇ ਆ, ਸਾਰੇ ਹੀ ਰਿਸ਼ਤੇਦਾਰ ਪੁੱਛਦੇ ਆ ਕਿ ਇੰਨਾ ਪੈਸਾ ਤੁਹਾਡੇ ਕੋਲ ਕਿੱਥੋਂ ਆਇਆ? ਤੇਰੀ ਇੰਨੀ ਸੋਹਣੀ ਪੁਸ਼ਾਕ ਹੈ, ਬੱਚਿਆਂ ਦੇ ਇੰਨੇ ਸੋਹਣੇ ਕੱਪੜੇ ਆ, ਵਿਆਹ ਇੰਨਾ ਸੋਹਣਾ ਹੋਇਆ ਆ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ, ਤੂੰ ਦੱਸ ਇੰਨਾ ਪੈਸਾ ਕਿੱਥੋਂ ਆਇਆ ਹੈ? ਕਹਿਣ ਲੱਗੇ, ਮਾਤਾ ਜੀ ਮੈਂ ਬਹੁਤ ਥੱਕ ਗਿਆ ਹਾਂ, ਮੈਨੂੰ ਹੁਣ ਆਰਾਮ ਕਰ ਲੈਣ ਦਿਓ, ਸਵੇਰ ਹੋਏਗੀ ਤੇ ਮੈਂ ਤੁਹਾਨੂੰ ਸਭ ਕੁਝ ਦੱਸ ਦੇਵਾਂਗਾ। ਜਦ ਸਵੇਰੇ ਉਠਾਉਣ ਵਾਸਤੇ ਮਾਤਾ ਜੀ ਆਏ ਤੇ ਦੇਖਦੇ ਨੇ ਕਬੀਰ ਦਾ ਆਸਣ ਖਾਲੀ ਪਿਆ ਹੋਇਆ ਆ। ਘਰ ਜਿਹੜੇ ਰਿਸ਼ਤੇਦਾਰ ਆਏ ਹੋਏ ਸੀਗੇ ਉਹਨਾਂ ਨੂੰ ਪੁੱਛਦੀ ਏ ਕਿ ਤੁਸੀਂ ਕਬੀਰ ਜੀ ਨੂੰ ਦੇਖਿਆ, ਕਬੀਰ ਜੀ ਕਿੱਥੇ ਗਏ ਨੇ? ਉਹ ਕਹਿੰਦੇ, ਨਹੀਂ ਅਸੀਂ ਨਹੀਂ ਦੇਖਿਆ, ਤੁਸੀਂ ਰਾਤੀ ਕਬੀਰ ਜੀ ਨਾਲ ਲੜਦੇ ਪਏ ਸੀਗੇ, ਹੋ ਸਕਦਾ ਹੈ ਕਬੀਰ ਜੀ ਗੁੱਸਾ ਕਰ ਗਏ ਹੋਣ ਤੇ ਕਿਤੇ ਚਲੇ ਗਏ ਹੋਣ। ਇਹ ਹੈ ਮੇਰੇ ਵਾਹਿਗੁਰੂ ਜੀ ਦੀ ਵਡਿਆਈ। ਕੰਮ ਆਪ ਕਰ ਜਾਂਦੇ ਆ ਪਰ ਕਿਸੇ ਨਾ ਕਿਸੇ ਸਿਰ 'ਤੇ ਵਡਿਆਈ ਦੇ ਜਾਂਦੇ ਆ, ਚਾਹੇ ਕਿਸੇ ਗੁਆਂਢੀ ਦੇ ਜਾਣ,
ਚਾਹੇ ਕਿਸੇ ਪਿੰਡ ਵਾਲਿਆਂ 'ਤੇ ਦੇ ਦੇਣ, ਚਾਹੇ ਕਿਸੇ ਰਿਸ਼ਤੇਦਾਰ 'ਤੇ ਦੇ ਦੇਣ, ਉਹ ਆਪਣਾ ਨਾਮ ਕਦੀ ਨਹੀਂ ਲੈਂਦੇ। ਪਰ ਕਬੀਰ ਦੀ ਮਾਤਾ ਕਬੀਰ ਨੂੰ ਲੱਭਦੀ ਫਿਰਦੇ ਆ। ਜਿੰਨੇ ਵੀ ਸਾਧੂ ਸੰਤਾਂ ਨੂੰ ਉਹ ਜਾਣਦੇ ਸੀਗੇ, ਉੱਥੇ ਉੱਥੇ ਜਾ ਕੇ ਪੁੱਛਦੇ ਆ ਕਿ ਇੱਥੇ ਕਬੀਰ ਤਾਂ ਨਹੀਂ ਆਇਆ। ਸਾਰੇ ਹੀ ਕਹਿੰਦੇ ਨੇ ਆਪਣੀ ਬੇਟੀ ਦਾ ਤਾਂ ਵਿਆਹ ਕਰ ਦਿੱਤਾ ਹੈ, ਪਰ ਇੱਥੇ ਉਹ ਨਹੀਂ ਆਇਆ ਹੈਗਾ। ਮਾਂ ਸੋਚਦੀ ਆ ਕਿੰਨੀ ਵਾਰ ਅੱਗੇ ਵੀ ਮੇਰੇ ਨਾਲ ਇਸ ਤਰ੍ਹਾਂ ਹੀ ਗੁੱਸੇ ਹੋ ਕੇ ਤੇ ਗੰਗਾ ਵੱਲ ਨੂੰ ਚਲਾ ਜਾਂਦਾ ਆ। ਜਦ ਮਾਤਾ ਜੀ ਗੰਗਾ ਕੋਲ ਗਏ ਤੇ ਕਬੀਰ ਜੀ ਉੱਥੇ ਸਿਰ ਨੀਵਾਂ ਕਰਕੇ ਬੈਠੇ ਹੋਏ ਸੀਗੇ, ਸੋਚਾਂ 'ਚ ਪਏ ਹੋਏ ਆ ਕਿ ਲੋਕੀ ਮੈਨੂੰ ਕੀ ਕਹਿਣਗੇ, ਕਿ ਸਾਨੂੰ ਰੱਬ ਦੀਆਂ ਗੱਲਾਂ ਸੁਣਾਉਂਦਾ ਸੀਗਾ, ਭਰੋਸੇ ਦੀਆਂ ਗੱਲਾਂ ਸੁਣਾਉਂਦਾ ਸੀਗਾ, ਤੇ ਆਪਣੀ ਕੁੜੀ ਦੇ ਵਿਆਹ 'ਤੇ ਵੀ ਨਹੀਂ ਆਇਆ ਹੈ, ਕਿੱਥੇ ਚਲਾ ਗਿਆ ਹੈਗਾ ਆ। ਮਾਂ ਕੋਲ ਗਈ, ਜਾ ਕੇ ਮੋਢੇ ਤੋਂ ਫੜਿਆ ਤੇ ਪੁੱਛਣ ਲੱਗੀ, ਤੂੰ ਇੱਥੇ ਕਿਉਂ ਆ ਕੇ ਬੈਠ ਗਿਆ ਆ? ਇੰਨਾ ਸੋਹਣਾ ਵਿਆਹ ਕੀਤਾ ਹੈ, ਸਾਰੇ ਹੀ ਤੇਰੀ ਉਸਤਤ ਕਰ ਰਹੇ ਆ, ਔਰ ਤੂੰ ਇੱਥੇ ਆ ਕੇ ਬੈਠ ਗਿਆ ਹੈਗਾ ਆ। ਮੈਂ ਤਾਂ ਤੈਨੂੰ ਥੋੜ੍ਹਾ ਗੁੱਸੇ ਹੀ ਹੋਈ ਸੀਗੀ, ਮੇਰਾ ਹੱਕ ਹੈ ਤੈਨੂੰ ਪੁੱਛਣ ਦਾ ਕਿ ਇੰਨੇ ਪੈਸੇ ਕਿੱਥੋਂ ਆਏ ਹੈਗੇ ਆ, ਔਰ ਤੂੰ ਗੁੱਸਾ ਕਰਕੇ ਇੱਥੇ ਆ ਕੇ ਬੈਠ ਗਿਆ ਆ। ਮਾਂ, ਵਿਆਹ ਵਧੀਆ ਹੋ ਗਿਆ ਹੈ। ਉਹ ਕਹਿਣ ਲੱਗੀ, ਆਪ ਹੀ ਤਾਂ ਤੂੰ ਕਰਕੇ ਆਇਆ ਆ, ਅਤੇ ਹੁਣ ਮੈਨੂੰ ਪੁੱਛ ਰਿਹਾ ਆ। ਉਹ ਕਹਿਣ ਲੱਗਾ, ਮਾਤਾ ਜੀ ਮੈਂ ਤਾਂ 5 ਦਿਨ ਹੋ ਗਏ ਇੱਥੇ ਹੀ ਬੈਠਾ ਹੋਇਆ ਆ, ਮੈਂ ਤਾਂ ਘਰ ਗਿਆ ਹੀ ਨਹੀਂ ਹੈਗਾ। ਮਾਤਾ ਜੀ ਕਹਿਣ ਲੱਗੀ, ਹਾਲੇ ਵੀ ਤੂੰ ਇੰਨਾ ਗੁੱਸੇ ਹੈਗਾ ਆ? ਅਤੇ ਮਾਂ ਨੇ ਕਿਹਾ, ਘਰ ਚੱਲ, ਤੂੰ ਹਾਲੇ ਵੀ ਬਹੁਤ ਗੁੱਸੇ ਵਿੱਚ ਹੈਗਾ ਆ, ਘਰ ਚੱਲ, ਮੈਂ ਘਰ ਚੱਲ ਕੇ ਤੈਨੂੰ ਸਾਰਾ ਸਮਝਾਉਂਦੀ ਹਾਂ। ਕਬੀਰ ਜੀ ਜਦੋਂ ਆ ਰਹੇ ਸੀਗੇ ਅਤੇ ਪਿੰਡ ਵਿੱਚ ਜਿਹੜਾ ਵੀ ਕੋਈ ਮਿਲਦਾ ਅਤੇ ਕਬੀਰ ਜੀ ਨੂੰ ਕਹਿੰਦਾ, ਕਬੀਰ ਜੀ ਕੱਲ੍ਹ ਤੁਸੀਂ ਬਹੁਤ ਸੋਹਣਾ ਵਿਆਹ ਕੀਤਾ ਹੈ, ਤੁਹਾਡੀ ਸ਼ਾਹੀ ਪੋਸ਼ਾਕ ਦੇਖ ਕੇ ਅਤੇ ਬਹੁਤ ਹੀ ਵਧੀਆ ਲੱਗ ਰਿਹਾ ਸੀਗਾ। ਜੇ ਇੰਨੇ ਪੈਸੇ ਜੇਬ 'ਚ ਹੋਣ ਅਤੇ ਇਸ ਤਰ੍ਹਾਂ ਦਾ ਵਿਆਹ ਹੀ ਕਰਨਾ ਚਾਹੀਦਾ ਆ। ਕਬੀਰ ਜੀ ਇਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਹੀ ਹੈਰਾਨ ਹੋ ਰਹੇ ਸੀਗੇ ਕਿ ਸ਼ਾਹੀ ਪੋਸ਼ਾਕ, ਚਿਹਰੇ ਦਾ ਨੂਰ, ਇਹ ਸਭ ਕੀ ਹੈਗਾ ਆ। ਮਾਤਾ ਉਹਨੂੰ ਘਰ ਲੈ ਆਈ, ਲਿਆ ਕੇ ਕਹਿਣ ਲੱਗੀ, ਤੂੰ ਮੇਰੀ ਛੋਟੀ ਜਿਹੀ ਗੱਲ ਦਾ ਇੰਨਾ ਗੁੱਸਾ ਕਿਉਂ ਕੀਤਾ ਆ? ਜੇ ਤੂੰ ਕਿਸੇ ਕੋਲ ਕਰਜ਼ਾ ਚੁੱਕਿਆ ਆ ਅਤੇ ਉਹਦੀ ਦੇਣਦਾਰ ਮੈਂ ਵੀ ਤੇਰੇ ਨਾਲ ਹੀ ਹੈਗੀ ਆ। ਤੂੰ ਮੈਨੂੰ ਦੱਸ ਇੰਨਾ ਖਰਚਾ ਕਿੱਥੋਂ ਕੀਤਾ ਆ ਅਤੇ ਕਿਹਦੇ ਕੋਲੋਂ ਇੰਨਾ ਕਰਜ਼ਾ ਚੁੱਕਿਆ ਆ? ਕਬੀਰ ਜੀ ਕਹਿਣ ਲੱਗੇ, ਮਾਂ ਤੂੰ ਮੇਰੇ 'ਤੇ ਵਿਸ਼ਵਾਸ ਕਰ, ਮੈਂ ਘਰ ਨਹੀਂ ਆਇਆ ਹੈਗਾ। ਮਾਂ ਕਹਿਣ ਲੱਗੀ, ਕਬੀਰ ਮੈਂ ਤੇਰੀ ਮਾਂ ਆ, ਕਿ ਮੈਂ ਤੈਨੂੰ ਪਹਿਚਾਣਦੀ ਨਹੀਂ ਹੈਗੀ? ਮਾਂ ਕਹਿਣ ਲੱਗੀ ਕਬੀਰ ਨੂੰ, ਕਬੀਰ ਯਾਦ ਕਰ, ਜਦੋਂ ਬਰਾਤ ਰੋਟੀ ਖਾ ਰਹੀ ਸੀਗੀ, ਤੂੰ ਉਹਨਾਂ ਦੇ ਜੂਠੇ ਭਾਂਡੇ ਚੁੱਕ ਰਿਹਾ ਸੀਗਾ ਅਤੇ ਮੈਂ ਤੈਨੂੰ ਰੋਕਦੀ ਸੀ ਕਿ ਤੈਨੂੰ ਉਹ ਯਾਦ ਨਹੀਂ ਹੈਗਾ? ਇਹ ਸੁਣ ਕੇ ਕਬੀਰ ਦਾ ਮਨ ਬਹੁਤ ਦੁਖੀ ਹੋਇਆ ਅਤੇ ਉਹਦੀਆਂ ਅੱਖਾਂ ਭਰ ਆਈਆਂ। ਕਹਿਣ ਲੱਗਿਆ, ਹੇ ਮੇਰੇ ਰਾਮ ਜੀ, ਮੈਂ ਇਹ ਤਾਂ ਸੁਣਿਆ ਸੀ ਕਿ ਤੁਸੀਂ ਸੇਵਕਾਂ ਦੇ ਕੰਮ ਕਰਦੇ ਹੋ, ਸੇਵਕਾਂ ਦੇ ਹਰ ਕੰਮ 'ਤੇ ਖੜ੍ਹੇ ਹੁੰਦੇ ਹੋ, ਪਰ ਇਹ ਨਹੀਂ ਸੁਣਿਆ ਸੀਗਾ ਕਿ ਤੁਸੀਂ ਉਹਨਾਂ ਦੇ ਜੂਠੇ ਭਾਂਡੇ ਵੀ ਚੁੱਕਦੇ ਹੋ। ਮੇਰੀਆਂ ਸਾਰੀਆਂ ਜ਼ਿੰਮੇਵਾਰੀਆਂ ਤਾਂ ਸੰਭਾਲ ਹੀ ਲਈਆਂ ਅਤੇ ਜੂਠੇ ਭਾਂਡੇ ਵੀ ਚੁੱਕ ਦਿੱਤੇ। ਮਾਂ ਕਹਿਣ ਲੱਗੀ, ਕਬੀਰ ਤੂੰ ਕਿਉਂ ਰੋ ਰਿਹਾ ਆ, ਕਿ ਮੈਂ ਤੈਨੂੰ ਕੁਝ ਜ਼ਿਆਦਾ ਕਹਿ ਦਿੱਤਾ ਆ? ਕਬੀਰ ਜੀ ਕਹਿਣ ਲੱਗੇ, ਮਾਂ ਮੇਰੇ ਉਹੀ ਚੋਲਾ ਪਾਇਆ ਹੋਇਆ ਆ ਜਿਹੜਾ ਮੈਂ ਪਹਿਲਾਂ ਪਾਇਆ ਹੋਇਆ ਸੀਗਾ, ਹਾਲੇ ਤੁਸੀਂ ਮੈਨੂੰ ਕਹਿੰਦੇ ਸੀਗੇ ਕਿ ਇਹਨੂੰ ਉਤਾਰ ਦੇਈਂ, ਨਵਾਂ ਆਪਣੇ ਵਾਸਤੇ ਸਵਾ ਲਈ। ਮੇਰੇ ਹਾਲੇ ਤੱਕ ਉਹੀ ਕੱਪੜੇ ਪਾਏ ਹੋਏ ਆ, ਹਾਲੇ ਤੱਕ ਵੀ ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ। ਮਾਂ ਕਹਿੰਦੀ, ਫਿਰ ਇਹ ਸਾਰਾ ਕੁਝ ਕੌਣ ਕਰ ਗਿਆ? ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ। ਕਹਿਣ ਲੱਗੇ, ਮਾਤਾ ਜੀ ਤੁਸੀਂ ਜਿੰਨੀਆਂ ਗੱਲਾਂ ਦੱਸ ਰਹੇ ਹੋ ਉਨੀ ਤਾਂ ਮੈਂ ਕਰ ਵੀ ਨਹੀਂ ਸਕਦਾ ਹੈਗਾ। ਪੁੱਤਰ ਫਿਰ ਕਿਹਨੇ ਕੀਤਾ ਆ? ਕਬੀਰ ਜੀ ਕਹਿੰਦੇ, ਉਹ ਆਪ ਕਰ ਗਿਆ ਮਾਤਾ ਜੀ, ਉਹ ਰਾਮ ਖੁਦ ਆਇਆ ਆ, ਖੁਦ ਆ ਕੇ ਸਾਰੇ ਕੰਮ ਕਰ ਗਿਆ ਹੈਗਾ, ਲੋਕ ਮੇਰੀ ਵਡਿਆਈ ਕਰ ਰਹੇ ਆ, ਉਹ ਆਪ ਹੀ ਸੇਵਕਾਂ ਦੇ ਕਾਰਜ ਕਰਕੇ ਚਲੇ ਗਏ ਆ। ਮਾਂ ਸੁਣ ਕੇ ਰੋਣ ਲੱਗ ਗਈ, ਪਰ ਅੱਜ ਉਹਦਾ ਰੋਣਾ ਕੁਝ ਹੋਰ ਹੈ। ਅੱਜ ਉਹਨੂੰ ਰੋਣਾ ਆ ਰਿਹਾ ਆ ਕਿ ਰਾਮ ਜੀ ਆਏ, ਸਾਰੇ ਕੰਮ ਕਰ ਗਏ ਅਤੇ ਸਾਡੇ ਜੂਠੇ ਭਾਂਡੇ ਵੀ ਚੁੱਕ ਗਏ। ਤਦ ਕਬੀਰ ਜੀ ਕਹਿੰਦੇ ਨੇ, ਇਹ ਪਿੰਡ ਵਾਲਿਓ ਸੁਣੋ, ਤੁਸੀਂ ਕਹਿੰਦੇ ਸੀ ਕਬੀਰ ਚੌਂਕੜਾ ਮਾਰ ਕੇ ਬੈਠਾ ਰਹਿੰਦਾ ਆ, ਸਾਰਿਆਂ ਨੂੰ ਇਹੀ ਸਮਝਾਉਂਦਾ ਆ
ਕਿ ਉਹਨੇ ਆਪ ਆ ਕੇ ਸਾਰਿਆਂ ਦੇ ਕੰਮ ਕਰਨੇ ਆ। ਨਾਮ ਨਾਲ ਜੁੜਿਆ ਕਰੋ, ਰਾਮ ਨੂੰ ਜਪਿਆ ਕਰੋ। ਕਬੀਰ ਦੀ ਮਾਤਾ ਜੀ ਕਹਿੰਦੇ ਆ, ਮੈਨੂੰ ਤਾਂ ਪਤਾ ਹੀ ਨਹੀਂ ਹੈ ਕਿ ਕਬੀਰ ਕਿਹੜਾ ਹੈ ਅਤੇ ਰਾਮ ਕਿਹੜਾ ਹੈ। ਦੋਨਾਂ 'ਚ ਕੋਈ ਫਰਕ ਹੀ ਨਹੀਂ ਰਹਿ ਗਿਆ ਹੈਗਾ। ਮਾਂ ਅੱਜ ਰੋਈ ਆ ਅਤੇ ਕਬੀਰ ਦਾ ਭਰੋਸਾ ਦੇਖ ਲਿਆ ਹੈਗਾ ਆ। ਸੰਤਾਂ ਦੇ ਕਾਰਜ ਆਪ ਖਲੋਆ, ਹਰ ਕੰਮ ਕਰਾਉਣ ਆਇਆ ਰਾਮ। ਜੇ ਕਬੀਰ ਜੀ ਨੇ ਉਸ ਰਾਮ 'ਤੇ ਭਰੋਸਾ ਰੱਖਿਆ ਅਤੇ ਰਾਮ ਜੀ ਨੇ ਵੀ ਉਹਨਾਂ ਦੇ ਸਾਰੇ ਹੀ ਕੰਮ ਕਰ ਦਿੱਤੇ। ਇਹ ਅੱਜ ਉਹਨਾਂ ਦੀ ਮਾਤਾ ਨੂੰ ਵਿਸ਼ਵਾਸ ਹੋ ਗਿਆ। ਬਾਕੀ ਪਿੰਡ ਵਾਲਿਆਂ ਦਾ ਵੀ ਵਿਸ਼ਵਾਸ ਵੱਧ ਗਿਆ। ਜੇ ਭਰੋਸਾ ਕਰੀਏ ਵਾਹਿਗੁਰੂ ਜੀ 'ਤੇ ਕਬੀਰ ਵਰਗਾ ਕਰੀਏ। ਮੇਰੇ ਚੈਨਲ ਨੂੰ ਲਾਈਕ ਕਰਨਾ, ਸ਼ੇਅਰ ਕਰਨਾ।